Hello students, in this lecture we discuss chapter number 4 Development Experience of India and China. China and India are emerging economies of the world. These two economies together contribute more than 16% in world GDP. ਇੰਡੀਆ ਅਤੇ ਚਾਈਨਾ ਦਾ ਵਰਲਡ GDP ਦੇ ਵਿੱਚ ਬਹੁਤ ਜਿਹੜੇ ਦੋਨੋਂ ਕੰਟਰੀਜ਼ ਦਾ ਕੰਟਰੀਬਿਊਸ਼ਨ ਆ ਉਹ ਮੋਰ ਦੈਨ 60% ਆ। ਅਬਾਊਟ ਜਿਹੜੀ 30% ਆਫ ਵਰਲਡ ਦੀ ਪਾਪੂਲੇਸ਼ਨ ਆ ਉਹ ਇੰਡੀਆ ਅਤੇ ਚਾਈਨਾ ਦੇ ਵਿੱਚ ਹੀ ਰਹਿੰਦੀ ਆ। both the economies are now the fastest growing economy of the world at present. In term of GDP ਜਿਹੜੀ ਚਾਈਨਾ ਆ ਉਹ ਸੈਕੰਡ ਲਾਰਜੈਸਟ ਇਕੋਨਮੀ ਆ ਵਰਲਡ ਦੇ ਵਿੱਚ USA ਤੋਂ ਬਾਅਦ, ਐਂਡ ਜਿਹੜੀ ਇੰਡੀਆ ਆ ਉਹ 6th ਲਾਰਜੈਸਟ ਇਕੋਨਮੀ ਆ ਵਰਲਡ ਦੇ ਵਿੱਚ ਇਨ ਟਰਮ ਆਫ ਟੋਟਲ GDP ਦੇ ਵਿੱਚ। ਇਕੋਨਮਿਸਟ ਪ੍ਰਿਡਿਕਟ ਕਰਦੇ ਆ ਹਾਈ ਗਰੋਥ ਰੇਟ ਆਫ ਇੰਡੀਆ ਅਤੇ ਚਾਈਨਾ ਨੂੰ ਦੇਖ ਕੇ ਉਹਨਾਂ ਦਾ ਪ੍ਰਿਡਿਕਸ਼ਨ ਹੈ ਕਿ 2013 ਦੇ ਤੱਕ ਜਿਹੜੀ ਚਾਈਨਾ ਆ ਉਹ ਲਾਰਜੈਸਟ ਇਕੋਨਮੀ ਬਣ ਜਾਏਗੀ ਵਰਲਡ ਦੀ, ਐਂਡ ਇੰਡੀਆ ਜਿਹੜੀ ਕਿ ਬਣੇਗੀ 3rd ਲਾਰਜੈਸਟ ਇਕੋਨਮੀ ਬਣੇਗੀ ਵਰਲਡ ਦੀ ਆਫਟਰ ਚਾਈਨਾ ਐਂਡ USA ਔਨ ਦਾ ਬੇਸਿਸ ਆਫ GDP। ਬੋਥ ਇੰਡੀਆ ਐਂਡ ਚਾਈਨਾ ਆਰ ਏਸ਼ੀਅਨ ਕੰਟਰੀਜ਼ ਆ। ਇੰਡੀਆ ਅਤੇ ਚਾਈਨਾ ਦੋਨੋਂ ਹੀ ਨੇਬਰਿੰਗ ਕੰਟਰੀਜ਼ ਆ ਇੱਕ ਦੂਸਰੇ ਦੇ। ਇੰਡੀਆ ਨੇ ਜਿਹੜੀ ਆਪਣੀ ਇੰਡੀਪੈਂਡੈਂਸ ਸੀ ਉਹ 1947 ਦੇ ਵਿੱਚ ਮਿਲ ਗਈ ਸੀ, ਜਦ ਕਿ ਪੀਪਲਸ ਰਿਪਬਲਿਕ ਆਫ ਚਾਈਨਾ ਗੋਟ ਇੰਡੀਪੈਂਡੈਂਸ ਇਨ 1949। ਸਟਾਰਟਿੰਗ ਦੇ ਵਿੱਚ ਜਦੋਂ ਇਨੀਸ਼ੀਅਲੀ ਚਾਈਨਾ ਨੇ ਸੋਸ਼ਲਿਜ਼ਮ ਨੂੰ ਅਡੋਪਟ ਕੀਤਾ ਸੀ, ਜਦ ਕਿ ਇੰਡੀਆ ਨੇ ਅਡੋਪਟ ਕੀਤੀ ਸੀ ਮਿਕਸਡ ਇਕੋਨਮੀ ਸਿਸਟਮ ਨੂੰ। ਅੰਡਰ ਸੋਸ਼ਲਿਜ਼ਮ ਇਕਨੋਮਿਕ ਡਿਵੈਲਪਮੈਂਟ ਜਿਹੜਾ ਚਾਈਨਾ ਦਾ ਸੀ ਉਹ ਬਹੁਤ ਸਲੋ ਸੀ, ਇਸ ਲਈ ਇਕਨੋਮਿਕ ਡਿਵੈਲਪਮੈਂਟ ਨੂੰ ਬੂਸਟ ਕਰਨ ਦੇ ਲਈ ਚਾਈਨਾ ਨੇ ਇਕਨੋਮਿਕ ਰਿਫੋਰਮਸ ਨੂੰ ਅਡੋਪਟ ਕੀਤਾ ਸੀ 1978 ਦੇ ਵਿੱਚ, ਜਦ ਕਿ ਇੰਡੀਆ ਨੇ ਅਡੋਪਟ ਕੀਤੇ ਇਕਨੋਮਿਕ ਰਿਫੋਰਮ ਨੂੰ 1991 ਦੇ ਵਿੱਚ। 1980 ਤੱਕ ਜਿਹੜੀ ਦੋਨੋਂ ਇਕੋਨਮੀ ਦੀ ਡਿਵੈਲਪਮੈਂਟ ਸੀ ਆਲਮੋਸਟ ਚਾਈਨਾ ਅਤੇ ਇੰਡੀਆ ਦੀ ਸੇਮ ਸੀ, ਬਟ ਆਫਟਰ ਇਨੀਸ਼ੀਏਟਿੰਗ ਇਕਨੋਮਿਕ ਰਿਫੋਰਮ ਜਦੋਂ ਦੋਨੋਂ ਕੰਟਰੀਜ਼ ਨੇ ਇਕਨੋਮਿਕ ਰਿਫੋਰਮਸ ਨੂੰ ਅਡੋਪਟ ਕੀਤੇ ਅਤੇ ਉਹਨਾਂ ਦੀ ਜਿਹੜੀਆਂ ਗਰੋਥ ਸਟ੍ਰੈਟਜੀ ਸੀਗੀਆਂ ਉਹ ਅਲੱਗ-ਅਲੱਗ ਸੀਗੀਆਂ, ਇਸ ਕਰਕੇ ਉਹਨਾਂ ਦੇ ਅਚੀਵਮੈਂਟਸ ਅਤੇ ਫੇਲੀਅਰਸ ਵੀ ਅਲੱਗ-ਅਲੱਗ ਸੀ। ਇਸ ਚੈਪਟਰ ਦੇ ਵਿੱਚ ਅਸੀਂ ਕੰਪੈਰੇਟਿਵ ਐਨਾਲਾਈਸਿਸ ਕਰਾਂਗੇ both economies ਦਾ with reference their GDP, per capita income, structural composition in term of sectoral share in their output, and employment, demographic profile, human development, exports, imports, forex reserves, etc. Now first we discuss development process and strategy of India and China. First we discuss ਇੰਡੀਆ ਨੂੰ 1947 ਦੇ ਵਿੱਚ ਇੰਡੀਪੈਂਡੈਂਸ ਮਿਲੀ ਸੀ। ਇੰਡੀਪੈਂਡੈਂਸ ਦੇ ਟਾਈਮ ਜਿਹੜੀ ਇੰਡੀਆ ਨੇ ਮਿਕਸਡ ਇਕਨੋਮਿਕ ਸਿਸਟਮ ਨੂੰ ਅਡੋਪਟ ਕੀਤਾ ਸੀ, ਉਸ ਟਾਈਮ ਪਬਲਿਕ ਸੈਕਟਰ ਵੀ ਐਗਜ਼ਿਸਟ ਕਰਦਾ ਸੀ ਐਂਡ ਪ੍ਰਾਈਵੇਟ ਸੈਕਟਰ ਵੀ ਇਕੋਨਮੀ ਦੇ ਵਿੱਚ। ਇੰਡੀਪੈਂਡੈਂਸ ਤੋਂ ਪਹਿਲਾਂ ਜਿਹੜੀ ਇੰਡੀਆ ਦੀ ਜਿਹੜੀ ਇਕੋਨਮੀ ਸੀ ਇੱਕ ਸਟੈਗਨੈਂਟ ਇਕੋਨਮੀ ਸੀ, ਮਤਲਬ ਕਿ ਉਸ ਵਿੱਚ ਗਰੋਥ ਰੇਟ ਬਿਲਕੁਲ ਹੀ ਜ਼ੀਰੋ ਸੀ। ਇਸ ਲਈ ਇੰਡੀਆ ਨੇ ਪਲੈਨਡ ਇਕਨੋਮਿਕ ਡਿਵੈਲਪਮੈਂਟ ਪਾਥ ਨੂੰ ਅਡੋਪਟ ਕੀਤਾ, ਇਸ ਲਈ ਇੰਡੀਆ ਨੇ 1951 ਦੇ ਵਿੱਚ ਫਸਟ 5-year ਪਲਾਨ ਨੂੰ ਅਨਾਊਂਸਡ ਕੀਤਾ। ਐਗਰੀਕਲਚਰ ਦੇ ਡਿਵੈਲਪਮੈਂਟ ਲਈ ਅਤੇ ਸੈਲਫ ਸੈਫੀਸ਼ੀਐਂਸੀ ਫੂਡ ਗ੍ਰੇਨ ਦੇ ਵਿੱਚ ਹਾਸਿਲ ਕਰਨ ਦੇ ਲਈ ਇੰਡੀਆ ਨੇ ਗ੍ਰੀਨ ਰੈਵੋਲਿਊਸ਼ਨ ਨੂੰ ਅਡੋਪਟ ਕੀਤਾ 1965 ਐਂਡ 66 ਦੇ ਵਿੱਚ। ਇੰਡੀਆ ਨੇ ਐਗਰੀਕਲਚਰ ਸੈਕਟਰ ਦੇ ਵਿੱਚ ਪਬਲਿਕ ਇਨਵੈਸਟਮੈਂਟ ਨੂੰ ਇਨਕਰੀਜ਼ ਕੀਤਾ, ਜਿਸ ਨਾਲ ਕਿ ਪ੍ਰੋਡਕਸ਼ਨ ਆਫ ਫੂਡ ਗ੍ਰੇਨਸ ਨੂੰ ਇਨਕਰੀਜ਼ ਕੀਤਾ ਜਾ ਸਕਦੇ। ਇਨ ਇੰਡਸਟਰੀਅਲ ਸੈਕਟਰ ਇੰਡੀਆ ਨੇ ਬਹੁਤ ਸਾਰੀ ਇੰਡਸਟਰੀ ਪੋਲਿਸੀਜ਼ ਬਣਾਈਆਂ ਲਾਈਕ ਈਅਰ 1948 ਵਿੱਚ, 1956, 1997 ਐਂਡ 1980 ਵਿੱਚ, ਐਂਡ 1991 ਵਿੱਚ ਨੈਸ਼ਨਲ ਮੈਨੂਫੈਕਚਰਿੰਗ ਪੋਲਿਸੀ ਬਣਾਈ ਗਈ ਨੈਸ਼ਨਲ ਮੈਨੂਫੈਕਚਰਿੰਗ ਪੋਲਿਸੀ ਇਨ 2011 ਵਿੱਚ ਬਣਾਈ ਗਈ, ਐਂਡ ਮੇਕ ਇਨ ਇੰਡੀਆ ਪ੍ਰੋਗਰਾਮ ਇਨ ਈਅਰ 2014 ਵਿੱਚ ਬਣਾਇਆ ਗਿਆ। ਇਨੀਸ਼ੀਅਲ ਫੇਜ਼ ਦੇ ਵਿੱਚ ਜਿਹੜਾ ਇੰਡਸਟਰੀਅਲ ਡਿਵੈਲਪਮੈਂਟ ਸੀ ਉਹਦੇ ਵਿੱਚ ਜਿਹੜੀਆਂ ਬੇਸਿਕ ਅਤੇ ਸਟ੍ਰੈਟੇਜਿਕ ਇੰਡਸਟਰੀ ਸੀਗੀਆਂ ਉਹ ਰਿਜ਼ਰਵਡ ਸੀਗੀਆਂ ਪਬਲਿਕ ਸੈਕਟਰ ਦੇ ਲਈ। ਡਿਊਰਿੰਗ ਦਿਸ ਪੀਰੀਅਡ ਜਿਹੜਾ ਰੇਟ ਆਫ ਇੰਡਸਟਰੀਅਲ ਡਿਵੈਲਪਮੈਂਟ ਸੀ ਐਂਡ GDP ਗਰੋਥ ਰੇਟ ਸੀ ਉਹ ਬਹੁਤ ਘੱਟ ਸੀ। ਇਨ 1991 ਇੰਡੀਆ ਨੇ ਇਕਨੋਮਿਕ ਰੀਫੋਰਮਸ ਨੂੰ ਅਡੋਪਟ ਕੀਤਾ, ਅੰਡਰ ਵਿਚ ਲਿਬਰਲਾਈਜੇਸ਼ਨ, ਪ੍ਰਾਈਵੇਟਾਈਜੇਸ਼ਨ ਐਂਡ ਗਲੋਬਲਾਈਜੇਸ਼ਨ ਵਰ ਐਨਕਰਜ, ਜਿਸ ਵਿੱਚ ਲਿਬਰਲਾਈਜੇਸ਼ਨ, ਪ੍ਰਾਈਵੇਟਾਈਜੇਸ਼ਨ ਅਤੇ ਗਲੋਬਲਾਈਜੇਸ਼ਨ ਨੂੰ ਇਨਕਰਜ ਕੀਤਾ ਗਿਆ।
ਉਸ ਵਿੱਚ ਕਿ ਜੇ ਬਹੁਤ ਸਾਰੇ ਇਨਸੈਂਟਿਵਸ ਦਿੱਤੇ ਗਏ ਪ੍ਰਾਈਵੇਟ ਸੈਕਟਰ ਅਤੇ ਫੋਰਨ ਐਂਟਰਪ੍ਰਾਈਜ਼ਸ ਨੂੰ, ਤਾਂ ਕਿ ਉਹ ਇਨਵੈਸਟਮੈਂਟ ਜ਼ਿਆਦਾ ਕਰ ਸਕਣ, ਹੋਰ ਜ਼ਿਆਦਾ। ਜਿਹੜਾ ਪਹਿਲੇ ਜਿੱਥੇ ਸਿਰਫ ਪਬਲਿਕ ਸੈਕਟਰ ਹੀ ਜਿਹੜੀ ਇੰਡਸਟਰੀਜ਼ ਨੂੰ ਓਪਨ ਕਰ ਸਕਦੀ ਸੀ, ਉਹ ਪ੍ਰਾਈਵੇਟ ਸੈਕਟਰ ਦੇ ਲਈ ਵੀ ਬਾਅਦ ਵਿੱਚ 1991 ਤੋਂ ਬਾਅਦ ਉਹਨਾਂ ਨੂੰ ਓਪਨ ਕਰ ਦਿੱਤਾ ਗਿਆ। ਐਂਡ ਐਗਜ਼ਿਸਟਿੰਗ ਇਕਨੋਮਿਕ ਲੈਜਿਸਲੇਸ਼ਨ ਜਿਹੜੇ ਬੈਰੀਅਰ ਸੀਗੇ ਉਹਨਾਂ ਨੂੰ ਬਹੁਤ ਜ਼ਿਆਦਾ ਲਿਬਰਲ ਕਰ ਦਿੱਤਾ ਗਿਆ। From year 1991 onwards, Indian economy witnessed major breakthrough and was able to accelerate economic growth। 1991 ਤੋਂ ਬਾਅਦ ਜਿਹੜੀ ਇੰਡੀਆ ਦੀ ਇਕਨੋਮਿਕ ਗਰੋਥ ਸੀ ਉਹ ਤੇਜ਼ ਹੋਣੀ ਸਟਾਰਟ ਹੋ ਗਈ। ਇਕਨੋਮਿਕ ਰੀਫੋਰਮ ਦੇ ਕਾਰਨ ਜਿਹੜੀ ਇੰਡੀਆ ਆ ਅੱਜ ਦੇ ਟਾਈਮ ਵਿੱਚ ਮੋਸਟ ਫੇਵਰੇਟ ਇਨਵੈਸਟਮੈਂਟ ਡੈਸਟੀਨੇਸ਼ਨ ਬਣ ਗਿਆ ਵਰਲਡ ਦਾ ਵਿੱਚ। From year 2000 onwards, India become one of the fastest growing nation of the world, but ਫਿਰ ਵੀ ਜਿਹੜੀ ਇੰਡੀਆ ਬਹੁਤ ਸਾਰੇ ਚੈਲੰਜਸ ਫੇਸ ਕਰ ਰਹੀ ਹੈ, ਲਾਈਕ ਸਲੋ ਐਗਰੀਕਲਚਰ ਗਰੋਥ, ਪਾਵਰਟੀ, ਅਨਐਮਪਲੋਇਮੈਂਟ, ਵੀਕ ਇਨਫਰਾਸਟਰਕਚਰ, ਹਿਊਜ ਫਿਸਕਲ ਡੈਫੀਸਿਟ, ਕਰਪਸ਼ਨ ਹੋ ਗਿਆ ਐਕਸੈਕਟਰਾ। ਐਂਡ ਬਟ ਜਿਹੜਾ ਇੰਡੀਆ ਦਾ ਏਰੀਆ ਆ, ਇੰਡੀਆ ਇਜ਼ 32.87 ਲੱਖ ਸਕੁਅਰ ਕਿਲੋਮੀਟਰ ਆ, ਵਿਚ ਇਜ਼ ਆਲਮੋਸਟ 1/3 ਆਫ ਸਰਫੇਸ ਏਰੀਆ ਆਫ ਚਾਈਨਾ। ਇੰਡੀਆ ਹਜੇ ਤੱਕ ਵੀ ਇੱਕ ਐਗਰੀਕਲਚਰ ਡੋਮੀਨੇਟਡ ਕੰਟਰੀ ਆ। ਅਬਾਊਟ ਜਿਹੜੀ 47% ਆਫ ਪਾਪੂਲੇਸ਼ਨ ਆ ਸਟਿਲ ਐਗਰੀਕਲਚਰ ਦੇ ਉੱਪਰ ਡਿਪੈਂਡ ਕਰਦੀ ਆ। ਜ਼ਿਆਦਾ ਐਗਰੀਕਲਚਰ ਓਕੂਪੇਸ਼ਨ ਉੱਪਰ ਡਿਪੈਂਡੈਂਸ ਹੋਣਾ ਇੱਕ ਸਾਈਨ ਆ ਅੰਡਰ ਡਿਵੈਲਪ ਕੰਟਰੀ ਹੋਣ ਦਾ। ਜਿਹੜੀ ਇੰਡੀਆ ਆ ਐਂਡ ਸੈਕਿੰਡ ਮੋਸਟ ਪੋਪੂਲਸ ਨੇਸ਼ਨ ਆ ਵਰਲਡ ਦੇ ਵਿੱਚ। ਐਜ਼ ਪਰ ਇੰਟਰਨੈਸ਼ਨਲ ਪਾਵਰਟੀ ਲਾਈਨ ਇਨ ਈਅਰ 2011, ਉਸ ਦੇ ਅਕੋਰਡਿੰਗ ਇੰਡੀਆ ਦੇ ਵਿੱਚ ਜਿਹੜੀ 21.2% ਪਾਪੂਲੇਸ਼ਨ ਆ ਉਹ ਬਿਲੋ ਪਾਵਰਟੀ ਲਾਈਨ ਦੇ ਅੰਡਰ ਆ। In recent years, Indian government has increased investment on social infrastructure, education ਵਿੱਚ nutrition, healthcare etc. ਪ੍ਰੈਜ਼ੈਂਟ ਦੇ ਵਿੱਚ ਇੰਡੀਆ ਦੀ ਜਿਹੜੀ ਗਵਰਨਮੈਂਟ ਦਾ ਮੇਨ ਫੋਕਸ ਕੀ ਆ ਕਿ ਅਚੀਵਿੰਗ ਸਸਟੇਨੇਬਲ ਐਂਡ ਇਨਕਲੂਸਿਵ ਗਰੋਥ। ਫॉर ਦਿਸ ਇੰਡੀਅਨ ਗਵਰਨਮੈਂਟ ਵਿਲ ਹੈਵ ਟੂ ਟੇਕ ਸਟਰੋਂਗ ਸਟੈਪਸ ਟੂ ਓਵਰਕਮ ਇਟਸ ਚੈਲੰਜ। ਨੈਕਸਟ ਵੀ ਡਿਸਕਸ ਚਾਈਨਾ। ਚਾਈਨਾ ਇੰਡੀਆ ਦੀ ਜਿਹੜੀ ਇੱਕ ਨੇਬਰ ਕੰਟਰੀ ਆ। ਚਾਈਨਾ ਜਿਹੜੀ ਪਾਪੂਲੇਸ਼ਨ ਦੇ ਮਾਮਲੇ ਵਿੱਚ ਵਰਲਡ 'ਚ ਫਸਟ ਪਲੇਸ 'ਤੇ ਆ। ਇਨ 2010 ਚਾਈਨਾ ਬਿਕੇਮ ਦੀ ਵਰਲਡਸ ਲਾਰਜੈਸਟ ਐਕਸਪੋਰਟਿੰਗ ਨੇਸ਼ਨ ਇਨ ਗੁਡਸ, ਕਿਉਂਕਿ ਜ਼ਿਆਦਾ ਚਾਈਨਾ ਐਕਸਪੋਰਟ ਅਤੇ ਚਾਈਨੀਜ਼ ਇਕੋਨਮੀ ਆ ਉਸ ਦੀ ਡਿਵੈਲਪਮੈਂਟ ਜ਼ਿਆਦਾ ਕਿਸ ਉੱਪਰ ਡਿਪੈਂਡ ਕਰਦੀ, ਉਹ ਐਕਸਪੋਰਟਸ ਦੇ ਉੱਪਰ ਬਹੁਤ ਜ਼ਿਆਦਾ ਡਿਪੈਂਡ ਕਰਦੀ ਆ। ਜਿਹੜਾ ਕਰੰਟ ਅਕਾਊਂਟ ਬੈਲੈਂਸ ਆਫ ਚਾਈਨਾ ਦਾ ਸੀ ਉਹ ਕੀ ਫੇਵਰੇਬਲ ਆ, ਵਿਚ ਰਿਫਲੈਕਟਸ ਦੀ ਸਟਰੋਂਗ ਫੋਰਨ ਟ੍ਰੇਡ ਸੈਕਟਰ ਆਫ ਚਾਈਨਾ। ਐਂਡ ਫੋਰਨ ਐਕਸਚੇਂਜ ਰਿਜ਼ਰਵ ਆਫ ਚਾਈਨਾ ਆਰ ਲਾਰਜੈਸਟ ਇਨ ਦੀ ਹੋਲ ਵਰਲਡ। ਚਾਈਨਾ ਦੇ ਜਿਹੜੇ ਫੋਰਨ ਐਕਸਚੇਂਜ ਰਿਜ਼ਰਵ ਆ ਉਹ ਵਰਲਡ ਦੇ ਵੀ ਸਭ ਤੋਂ ਜ਼ਿਆਦਾ ਆ। ਦ ਮੇਨ ਚੈਲੰਜਸ ਫॉर ਚਾਈਨੀਜ਼ ਇਕੋਨਮੀ ਲਈ ਜਿਹੜੇ ਮੇਨ ਚੈਲੰਜਸ ਉਹ ਕੀ ਆ, ਲੋ ਡੋਮੈਸਟਿਕ ਡਿਮਾਂਡ, ਜਿਹੜੀ ਉਹਨਾਂ ਦੀ ਖੁਦ ਦੇ ਪ੍ਰੋਡਕਸ਼ਨ ਜਿਹੜੀ ਗੁੱਡਸ ਆ ਉਹਨਾਂ ਦੀ ਡਿਮਾਂਡ ਕਿਹੜੀ ਆ, ਘੱਟ ਆ। ਸਸਟੇਨਿੰਗ ਜੋਬ ਗਰੋਥ, ਚੈੱਕ ਔਨ ਕਰਪਸ਼ਨ, ਚੈੱਕ ਔਨ ਇਨਫਲੇਸ਼ਨ ਐਂਡ ਕੰਟਰੋਲਿੰਗ ਐਨਵਾਇਰਮੈਂਟਲ ਡੈਮੇਜ। ਚਾਈਨਾ ਦੀ ਪਾਪੂਲੇਸ਼ਨ ਬਹੁਤ ਜ਼ਿਆਦਾ ਹੋਣ ਕਾਰਨ ਚਾਈਨਾ ਨੇ ਇੱਕ ਪੋਲਿਸੀ ਅਡੋਪਟ ਕੀਤੀ ਸੀ, ਦੈਟ ਇਜ਼ ਵਨ ਚਾਈਲਡ ਪੋਲਿਸੀ। ਉਸ ਤੋਂ ਬਾਅਦ ਚਾਈਨਾ ਨੇ ਉਸਨੂੰ 2015 ਦੇ ਵਿੱਚ ਵਿਡਰੋ ਕਰਕੇ ਇੱਕ ਨਵੀਂ ਪੋਲਿਸੀ ਵਨ ਚਾਈਲਡ ਪੋਲਿਸੀ ਦੀ ਜਗ੍ਹਾ ਇੰਟਰੋਡਿਊਸ ਕੀਤੀ 2 ਚਿਲਡਰਨ ਪੋਲਿਸੀ। ਚਾਈਨਾ ਦਾ ਜਿਹੜਾ ਸਰਫੇਸ ਏਰੀਆ ਆ ਉਹ 96 ਲੱਖ ਸਕੁਅਰ ਕਿਲੋਮੀਟਰ ਆ, ਵਿਚ ਇਜ਼ ਆਲਮੋਸਟ 3 ਟਾਈਮਸ ਆਫ ਸਕੁਅਰ ਏਰੀਆ ਆਫ ਇੰਡੀਆ। ਜਿਸ ਤੋਂ ਕਿ ਸ਼ੋ ਹੁੰਦਾ ਕਿ ਜਿਹੜਾ ਚਾਈਨਾ ਦਾ ਜਿਓਗ੍ਰਾਫੀਕਲ ਏਰੀਆ ਬਹੁਤ ਜ਼ਿਆਦਾ ਇੰਡੀਆ ਦੇ ਕੰਪੈਰੇਟਿਵਲੀ। ਚਾਈਨਾ ਨੇ ਜਿਹੜੇ ਇਕਨੋਮਿਕ ਰੀਫੋਰਮਸ ਨੂੰ ਇੰਟਰੋਡਿਊਸ ਕੀਤਾ 1978 ਦੇ ਵਿੱਚ, ਜਿਸ ਕਾਰਨ ਜਿਹੜੀ ਚਾਈਨਾ ਦੀ ਇਕਨੋਮਿਕ ਗਰੋਥ ਸੀ ਉਹ ਬਹੁਤ ਜ਼ਿਆਦਾ ਤੇਜ਼ ਹੋ ਗਈ ਸੀ। ਚਾਈਨਾ ਦੇ ਵਿੱਚ ਸਟੇਬਲ ਇਕਨੋਮਿਕ ਪੋਲਿਸੀ ਅਤੇ ਟਰਾਂਸਪੇਰੈਂਟ ਪੋਲਿਸੀਜ਼ ਹੋਣ ਦੇ ਕਾਰਨ ਜਿਹੜਾ ਫੋਰਨ ਡਾਇਰੈਕਟ ਇਨਵੈਸਟਮੈਂਟ ਆ ਉੱਥੇ ਜ਼ਿਆਦਾ ਹੁੰਦਾ ਆ। ਐਂਡ ਇਸ ਤੋਂ ਇਲਾਵਾ ਜਿਹੜੀ ਚਾਈਨੀਜ਼ ਇਕੋਨਮੀ ਆ,
ਚਾਈਨਾ ਦੇ ਵਿੱਚ ਫੋਰਨ ਡਾਇਰੈਕਟ ਇਨਵੈਸਟਮੈਂਟ ਨੂੰ ਅਟਰੈਕਟ ਕਰਨ ਦੇ ਲਈ ਸਪੈਸ਼ਲ ਇਕਨੋਮਿਕ ਜ਼ੋਨ ਸੈਟਅਪ ਕੀਤੇ ਜਾਂਦੇ ਲਾਰਜ ਅਤੇ ਮੀਡੀਅਮ ਸਾਈਜ਼ ਸਿਟੀਜ਼ ਦੇ ਵਿੱਚ। ਇਸ ਤੋਂ ਇਲਾਵਾ ਚਾਈਨਾ ਇੰਪੋਰਟ ਕਰਦੀ ਹੈ ਐਡਵਾਂਸ ਟੈਕਨੋਲੋਜੀ ਨੂੰ ਆਪਣੀ ਇਕਨੋਮਿਕ ਡਿਵੈਲਪਮੈਂਟ ਨੂੰ ਇਨਕਰੀਜ਼ ਕਰਨ ਦੇ ਲਈ, ਐਸੀਲਰੇਟ ਕਰਨ ਦੇ ਲਈ। ਨਾਓ ਨੈਕਸਟ ਵੀ ਡਿਸਕਸ ਕੰਪੈਰੇਟਿਵ ਸਟੱਡੀ ਆਫ ਇੰਡੀਆ ਐਂਡ ਚਾਈਨਾ। The level of economic development in India and in China is compared on the basis of various parameters like gross domestic product, per capita income, growth rate of GDP, structural composition of GDP, foreign trade, inflow of foreign direct investment, availability of foreign exchange reserve, level of human development, level of poverty, occupational structure of population, agriculture production and productivity, infrastructure, capital formation etc। ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਕੰਪੇਅਰ ਕਰਕੇ ਅਸੀਂ ਇਹ ਦੱਸ ਸਕਦੇ ਹਾਂ ਕਿ ਚਾਈਨਾ ਅਤੇ ਇੰਡੀਆ ਦੀ ਗਰੋਥ ਰੇਟ ਦੇ ਵਿੱਚ ਕੀ ਡਿਫਰੈਂਸ ਆ। ਫਸਟ ਵੀ ਡਿਸਕਸ ਗਰੋਸ ਡੋਮੈਸਟਿਕ ਪ੍ਰੋਡਕਟ। Gross domestic product is an important parameter for comparing the level of economic development of different nations। किसी भी इकोनॉमी ਦੇ ਕੰਟਰੀਜ਼ ਦੇ ਇਕਨੋਮਿਕ ਡਿਵੈਲਪਮੈਂਟ ਨੂੰ ਕੰਪੇਅਰ ਕਰਨ ਦੇ ਲਈ ਜਿਹੜਾ GDP ਇੱਕ ਬਹੁਤ ਹੀ ਇੰਪੋਰਟੈਂਟ ਪੈਰਾਮੀਟਰ ਆ। GDP refers to market value of final goods and services produced by a country in a year। ਇੱਕ ਸਾਲ ਦੇ ਵਿੱਚ ਜਿੰਨੀਆਂ ਵੀ ਗੁੱਡਸ ਐਂਡ ਸਰਵਿਸਿਜ਼ ਬਣਾਈਆਂ ਜਾਂਦੀਆਂ ਉਹਨਾਂ ਦੀ ਮਾਰਕੀਟ ਵੈਲਿਊ ਨੂੰ GDP ਦੇ ਵਿੱਚ ਇਨਕਲੂਡ ਕੀਤਾ ਜਾਂਦਾ ਆ। Only the market value of final goods and services is taken into account, not the intermediate goods and services। ਕਿਉਂਕਿ ਜਿਹੜੀ ਇੰਟਰਮੀਡੀਏਟ ਗੁੱਡਸ ਆ ਉਸਨੂੰ ਆਲਰੇਡੀ ਮਾਰਕੀਟ ਵੈਲਿਊ ਜਾਂ ਫਾਈਨਲ ਗੁੱਡਸ ਦੇ ਵਿੱਚ ਕੈਲਕੂਲੇਟ ਕਰ ਦਿੱਤਾ ਜਾਂਦਾ ਹੈ। ਇਸ ਟੇਬਲ ਦੇ ਵਿੱਚੋਂ ਜਿਵੇਂ ਕਿ ਤੁਹਾਨੂੰ ਡਾਟਾ ਤਾਂ ਸ਼ੋ ਹੋ ਰਿਹਾ ਕਿ 1980 ਦੇ ਤੱਕ ਜਿਹੜੀ ਇੰਡੀਆ ਦੇ ਵਿੱਚ ਸੀ GDP ਸੀ ਆਲਮੋਸਟ ਸੇਮ ਸੀ, ਬਟ ਉਸ ਤੋਂ ਬਾਅਦ ਈਅਰ ਬਾਏ ਈਅਰ ਜਿਹੜੀ ਇੰਡੀਆ ਦੀ GDP ਉਹ ਇਨਕਰੀਜ਼ ਤਾਂ ਕਰ ਰਹੀ ਆ ਬਟ ਐਜ਼ ਕੰਪੇਅਰ ਚਾਈਨਾ ਨਾਲੋਂ ਬਹੁਤ ਘੱਟ ਆ। ਬਟ ਚਾਈਨਾ ਦੀ ਜਿਹੜੀ GDP ਗਰੋਥ ਰੇਟ ਆ ਉਹ ਬਹੁਤ ਜ਼ਿਆਦਾ ਹੈ। ਨੈਕਸਟ ਇਜ਼ ਕੰਪੈਰੀਜ਼ਨ ਆਫ ਪਰ ਕੈਪੀਟਾ ਇਨਕਮ। ਕਿਸੇ ਦੋ ਨੇਸ਼ਨਸ ਦੇ ਗਰੋਥ ਨੂੰ, ਇਕਨੋਮਿਕ ਗਰੋਥ ਨੂੰ ਕੰਪੇਅਰ ਕਰਨ ਦੇ ਲਈ ਜਿਹੜੀ ਪਰ ਕੈਪੀਟਾ ਇਨਕਮ ਵੀ ਆ ਉਹ ਵੀ ਇੱਕ ਬਹੁਤ ਵਧੀਆ ਪੈਰਾਮੀਟਰ ਆ। ਅਕੋਰਡਿੰਗ ਟੂ ਵਟ ਇਜ਼ ਪਰ ਕੈਪੀਟਲ ਇਨਕਮ। ਪਰ ਕੈਪੀਟਾ ਇਨਕਮ ਹੁੰਦੀ ਆ refers to income per head of the population of that country counted at current price or at a constant price। According to this table initial ਦੇ ਵਿੱਚ ਜਿਹੜਾ ਦੋਨੋਂ ਕੰਟਰੀਜ਼ ਦਾ ਸੀਗਾ ਜਿਹੜਾ ਪਰ ਕੈਪੀਟਾ ਇਨਕਮ ਸੀ ਆਲਮੋਸਟ ਸੇਮ ਸੀ। 99 ਤੋਂ ਪਹਿਲਾਂ ਭਾਵੇਂ ਇੰਡੀਆ ਦੀ ਪਰ ਕੈਪੀਟਾ ਇਨਕਮ ਚਾਈਨਾ ਦੇ ਨਾਲੋਂ ਜ਼ਿਆਦਾ ਸੀ ਥੋੜ੍ਹਾ ਜਿਹਾ, ਬਟ ਆਫਟਰ 1990 ਜਿਹੜੀ ਪਰ ਕੈਪੀਟਾ ਇਨਕਮ ਆਫ ਚਾਈਨਾ ਸੀ ਉਹਦੇ ਵਿੱਚ ਜਿਹੜੀ ਹਾਈ ਗਰੋਥ ਰੇਟ ਬਹੁਤ ਜ਼ਿਆਦਾ ਹਾਈ ਹੋ ਗਈ, ਜਿਹੜੀ ਉਹ ਇੰਡੀਆ ਦੇ ਨਾਲੋਂ ਵੀ ਜ਼ਿਆਦਾ ਹੋ ਗਈ। ਹੌਲੀ ਹੌਲੀ 2017 ਤੱਕ ਜਿਹੜੀ ਚਾਈਨਾ ਦੀ ਪਰ ਕੈਪੀਟਾ ਇਨਕਮ ਸੀ ਉਹ 4.8 ਟਾਈਮਸ ਮੋਰ ਦੈਨ ਸੀ ਇੰਡੀਆ ਦੇ ਨਾਲੋਂ। ਇਸ ਦਾ ਮੇਨ ਰੀਜ਼ਨ ਕੀ ਸੀ? ਹਾਈ ਇਕਨੋਮਿਕ ਗਰੋਥ ਰੇਟ ਐਂਡ ਸਲੋ ਗਰੋਥ ਰੇਟ ਇਨ ਪੋਪੂਲੇਸ਼ਨ ਆਫ ਚਾਈਨਾ। ਨੈਕਸਟ ਵੀ ਡਿਸਕਸ ਗਰੋਥ ਰੇਟ ਆਫ GDP। Table number 4 reflects the growth rate of both China and India। ਚਾਈਨਾ and ਇੰਡੀਆ ਦੀ ਜਿਹੜੀ ਗਰੋਥ ਰੇਟ ਆ ਉਹ ਜ਼ਿਆਦਾ ਆ ਐਜ਼ ਕੰਪੇਅਰ ਟੂ ਵਰਲਡ ਇਕੋਨਮੀ ਦੇ ਨਾਲੋਂ। ਬਹੁਤ ਚਾਈਨਾ ਅਤੇ ਇੰਡੀਆ ਦਾ ਜਿਹੜਾ ਦੋਨੋਂ ਹੀ ਐਮਰਜਿੰਗ ਇਕੋਨਮੀਜ਼ ਆ ਵਰਲਡ ਦੇ ਵਿੱਚ। ਇੰਡੀਆ ਐਂਡ ਚਾਈਨਾ ਟੂਗੈਦਰ ਦੋਨਾਂ ਦਾ ਜਿਹੜਾ ਕੰਟਰੀਬਿਊਸ਼ਨ ਆ ਵਰਲਡ ਦੇ GDP ਦੇ ਵਿੱਚ 16% ਆ। Because of high growth rate, these countries are the favorable destination of global investors। Initial years ਦੇ ਵਿੱਚ ਜਿਹੜੀ ਚਾਈਨਾ ਦੀ ਗਰੋਥ ਰੇਟ ਸੀ ਇੰਡੀਆ ਦੇ ਨਾਲੋਂ ਜ਼ਿਆਦਾ ਸੀ, ਬਟ ਇਨੀਸ਼ੀਅਲ ਈਅਰਸ ਦੇ ਵਿੱਚ ਇਸ ਕਰਕੇ ਜਿਹੜੀ ਚਾਈਨਾ, ਕਿਉਂਕਿ ਚਾਈਨਾ ਇੱਕ ਫਾਸਟੈਸਟ ਗਰੋਇੰਗ ਨੇਸ਼ਨ ਸੀ ਵਰਲਡ ਦਾ, ਬਟ ਇਨ ਰੀਸੈਂਟ ਈਅਰਸ ਜਿਹੜੀ ਇੰਡੀਆ ਦੀ ਗਰੋਥ ਰੇਟ ਆ GDP ਦੀ ਉਹ ਚਾਈਨਾ ਦੇ ਨਾਲੋਂ ਜ਼ਿਆਦਾ ਹੈ। In the recent years, India will become the most attractive investment destination of global investment। Next is structural composition of GDP।
Structural composition of GDP refers to percentage share of agriculture, industry and service sector in gross domestic product. Structural composition ਕੀ ਆ ਕਿ ਐਗਰੀਕਲਚਰ ਇੰਡਸਟਰੀ ਤੇ ਸਰਵਿਸ ਸੈਕਟਰ ਦਾ ਗ੍ਰੋਸ ਡੋਮੈਸਟਿਕ ਪ੍ਰੋਡਕਟ ਦੇ ਵਿੱਚ ਕਿੰਨਾ ਪਰਸੈਂਟੇਜ ਸ਼ੇਅਰ ਆ। ਟੇਬਲ 5 ਦੇ ਵਿੱਚ ਸ਼ੋ ਆ ਕਿ ਐਗਰੀਕਲਚਰ ਸੈਕਟਰ ਦਾ ਇਨੀਸ਼ੀਅਲ ਦੇ ਵਿੱਚ ਜਿਹੜਾ ਇੰਡੀਆ ਦਾ ਕੰਟਰੀਬਿਊਸ਼ਨ ਜ਼ਿਆਦਾ ਸੀ ਐਜ਼ ਕੰਪੇਅਰ ਟੂ ਚਾਈਨਾ ਨਾਲੋਂ। ਹੌਲੀ ਹੌਲੀ ਦੋਨੋਂ ਕੰਟਰੀਜ਼ ਦਾ ਐਗਰੀਕਲਚਰ ਸੈਕਟਰ ਦਾ GDP ਦੇ ਵਿੱਚ ਜਿਹੜੀ ਕੰਟਰੀਬਿਊਟ ਸੀ ਪਰਸੈਂਟੇਜ ਸ਼ੇਅਰ ਉਹ ਘਟਦਾ ਗਿਆ, ਬਟ ਹਜੇ ਤੱਕ ਵੀ ਇੰਡੀਆ ਦਾ ਜਿਹੜਾ ਐਗਰੀਕਲਚਰ ਸੈਕਟਰ ਦੇ ਉੱਪਰ ਜਿਹੜੀ ਪੋਪੂਲੇਸ਼ਨ ਜ਼ਿਆਦਾ ਡਿਪੈਂਡ ਕਰਦੀ ਹੈ, ਆਲਮੋਸਟ 40 to 45% ਪੋਪੂਲੇਸ਼ਨ ਐਗਰੀਕਲਚਰ 'ਤੇ ਡਿਪੈਂਡ ਕਰਦੀ ਆ। ਐਂਡ ਇੰਡਸਟਰੀਅਲ ਸੈਕਟਰ ਜਿਹੜੀ ਆ ਚਾਈਨਾ ਦੇ ਵਿੱਚ, ਕਿਉਂਕਿ ਇੰਡਸਟਰੀ ਸੈਕਟਰ ਬਹੁਤ ਹੀ ਜ਼ਿਆਦਾ ਸਟਰੋਂਗ ਆ, ਬਹੁਤ ਹੀ ਜ਼ਿਆਦਾ ਉਸਦੀ ਗਰੋਥ ਹੋਈ ਆ, ਇਸ ਕਰਕੇ ਚਾਈਨਾ ਦਾ ਜਿਹੜਾ ਇੰਡਸਟਰੀ ਸੈਕਟਰ ਦਾ GDP ਦੇ ਵਿੱਚ ਕੰਟਰੀਬਿਊਸ਼ਨ ਉਹ ਬਹੁਤ ਜ਼ਿਆਦਾ ਹੈ ਐਜ਼ ਕੰਪੇਅਰ ਟੂ ਇੰਡੀਆ। ਬਟ ਇੰਡੀਆ ਦੇ ਵਿੱਚ ਜਿਹੜਾ ਸਰਵਿਸ ਸੈਕਟਰ ਆ ਉਹਦਾ ਸਰਵਿਸ ਸੈਕਟਰ ਦਾ GDP ਦੇ ਵਿੱਚ ਜਿਹੜਾ ਕੰਟਰੀਬਿਊਸ਼ਨ ਆ ਐਜ਼ ਕੰਪੇਅਰ ਟੂ ਚਾਈਨਾ ਉਹ ਜ਼ਿਆਦਾ ਆ। ਨੈਕਸਟ ਵੀ ਡਿਸਕਸ ਫੋਰਨ ਟ੍ਰੇਡ। Foreign trade refers to trade between residents of one country and residents of other countries. Foreign trade ਦੇ ਵਿੱਚ ਅਸੀਂ ਇੰਪੋਰਟਸ ਤੇ ਐਕਸਪੋਰਟਸ ਨੂੰ ਇਨਕਲੂਡਸ ਕਰਦੇ ਹਾਂ, ਐਕਸਪੋਰਟਸ ਐਂਡ ਇੰਪੋਰਟਸ ਆਫ ਗੁੱਡਸ ਐਂਡ ਸਰਵਿਸਿਜ਼ ਨੂੰ। ਫੋਰਨ ਟ੍ਰੇਡ ਆ ਇੱਕ ਇੰਜਨ ਹੈ ਕਿਸਮ ਦੀ ਇਕਨੋਮਿਕ ਗਰੋਥ ਦਾ। ਅਗਰ ਫੋਰਨ ਟ੍ਰੇਡ ਜ਼ਿਆਦਾ ਹੋਏਗਾ ਤਾਂ ਉਸ ਨਾਲ ਇਕਨੋਮਿਕ ਗਰੋਥ ਵੀ ਉਸ ਕੰਟਰੀ ਦਾ ਜ਼ਿਆਦਾ ਹੁੰਦਾ ਆ। ਇਸ ਨਾਲ ਕੀ ਪ੍ਰੋਡਕਸ਼ਨ ਜ਼ਿਆਦਾ ਹੁੰਦਾ ਹੈ, ਇੰਪਲੋਇਮੈਂਟ ਜ਼ਿਆਦਾ ਹੁੰਦਾ ਆ। ਐਕਸਪੋਰਟ ਕੀ ਕਰਦਾ, ਹੈਲਪ ਕਰਦਾ ਆ ਬੈਲੈਂਸ ਆਫ ਪੇਮੈਂਟ ਨੂੰ ਇੰਪਰੂਵ ਕਰਨ ਦੇ ਵਿੱਚ। ਅਗਰ ਐਕਸਪੋਰਟਸ ਜ਼ਿਆਦਾ ਹੋਣਗੇ ਮੋਰ ਦੈਨ ਇੰਪੋਰਟਸ ਨਾਲੋਂ, ਦੈਨ ਜਿਹੜਾ ਫੋਰਨ ਟ੍ਰੇਡ ਕੀ ਕਰੇਗਾ, ਇਕਨੋਮਿਕ ਗਰੋਥ ਨੂੰ ਐਸੀਲਰੇਟ ਕਰੇਗਾ। ਟੇਬਲ 6 ਦੇ ਵਿੱਚ ਐਕਸਪੋਰਟਸ ਐਂਡ ਇੰਪੋਰਟਸ ਆਫ ਚਾਈਨਾ ਐਂਡ ਇੰਡੀਆ ਗਿਵਨ ਆ। ਜਿਹੜੇ ਮਰਚੈਂਟੀਜ਼ ਐਕਸਪੋਰਟ ਸੀ, ਮਰਚੈਂਡੀਜ਼ ਐਕਸਪੋਰਟਸ ਦੇ ਵਿੱਚ ਜਿਹੜਾ ਚਾਈਨਾ ਦਾ ਰੈਂਕ ਸੀ ਵਰਲਡ ਦੇ ਵਿੱਚ ਉਹ ਫਸਟ ਸੀ, ਜਦਕਿ ਇੰਡੀਆ ਦਾ ਰੈਂਕ 20th ਸੀਗਾ। ਐਂਡ ਮਰਚੈਂਡੀਜ਼ ਇੰਪੋਰਟਸ ਦੇ ਵਿੱਚ ਵਰਲਡ ਰੈਂਕ ਦੇ ਵਿੱਚ ਚਾਈਨਾ ਸੈਕਿੰਡ ਪਲੇਸ 'ਤੇ ਸੀ ਐਂਡ ਇੰਡੀਆ 11th ਪਲੇਸ ਵਿੱਚ ਸੀ। ਸਰਵਿਸਿਜ਼ ਐਕਸਪੋਰਟ ਵਿੱਚ ਚਾਈਨਾ ਦਾ ਰੈਂਕ 5th ਸੀ ਐਂਡ ਇੰਡੀਆ ਦਾ 8th ਸੀ। ਐਂਡ ਸਰਵਿਸਿਜ਼ ਇੰਪੋਰਟਸ ਦੇ ਵਿੱਚ ਚਾਈਨਾ ਦਾ ਰੈਂਕ 2nd ਸੀ ਐਂਡ ਇੰਡੀਆ ਦਾ 10th ਸੀਗਾ। ਇਸ ਡਾਟੇ ਤੋਂ ਕੰਪੇਅਰ ਕਰਕੇ ਇਹ ਪਤਾ ਲੱਗਦਾ ਕਿ ਇੰਡੀਆ ਦਾ ਜਿਹੜਾ ਫੋਰਨ ਟ੍ਰੇਡ ਆ, ਚਾਈਨਾ ਦਾ ਜਿਹੜਾ ਫੋਰਨ ਟ੍ਰੇਡ ਆ ਉਹ ਇੰਡੀਆ ਦੇ ਨਾਲੋਂ ਬਹੁਤ ਕਿਤੇ ਜ਼ਿਆਦਾ ਅੱਗੇ ਆ। ਮਤਲਬ ਕਿ ਚਾਈਨਾ ਦਾ ਫੋਰਨ ਟ੍ਰੇਡ ਐਜ਼ ਕੰਪੇਅਰ ਟੂ ਇੰਡੀਆ ਬਹੁਤ ਜ਼ਿਆਦਾ ਆ। ਨੈਕਸਟ ਇਜ਼ ਇਨਫਲੋ ਆਫ ਫੋਰਨ ਡਾਇਰੈਕਟ ਇਨਵੈਸਟਮੈਂਟ। Foreign investment refers to investment made by foreign investors in shares, debentures, bonds etc. ਜਦੋਂ ਫੋਰਨ ਇਨਵੈਸਟਰਸ ਕਿਸੇ ਕੰਟਰੀਜ਼ ਦੇ ਵਿੱਚ ਜਾ ਕੇ ਸ਼ੇਅਰ, ਡਿਬੈਂਚਰ ਐਂਡ ਬੌਂਡਸ ਦੇ ਵਿੱਚ ਇਨਵੈਸਟਮੈਂਟ ਕਰਦੇ ਉਸਨੂੰ ਕਹਿੰਦੇ ਆ ਫੋਰਨ ਇਨਵੈਸਟਮੈਂਟ। ਟੇਬਲ 7 ਦੇ ਵਿੱਚ ਫੋਰਨ ਡਾਇਰੈਕਟ ਇਨਵੈਸਟਮੈਂਟ ਨੂੰ ਫਲੋ ਨੂੰ ਗਿਵਨ ਕੀਤਾ ਗਿਆ, ਜਿਸ ਤੋਂ ਸ਼ੋ ਹੁੰਦਾ ਕਿ ਜਿਹੜਾ ਚਾਈਨਾ ਦੇ ਵਿੱਚ ਆ ਫੋਰਨ ਡਾਇਰੈਕਟ ਇਨਵੈਸਟਮੈਂਟ ਬਹੁਤ ਜ਼ਿਆਦਾ ਹੈ ਐਜ਼ ਕੰਪੇਅਰ ਟੂ ਇੰਡੀਆ। ਜਿੰਨਾ ਜ਼ਿਆਦਾ ਫੋਰਨ ਡਾਇਰੈਕਟ ਇਨਵੈਸਟਮੈਂਟ ਹੋਏਗਾ ਉਨਾ ਹੀ ਕਿਸੇ ਨੇਸ਼ਨ ਦਾ ਇਕਨੋਮਿਕ ਡਿਵੈਲਪਮੈਂਟ ਜ਼ਿਆਦਾ ਹੁੰਦਾ ਹੈ। ਨੈਕਸਟ ਇਜ਼ ਫੋਰਨ ਐਕਸਚੇਂਜ ਰਿਜ਼ਰਵ। Foreign exchange reserve is an important indicator of a financial health of economy. ਅਗਰ ਕਿਸੇ ਇਕੋਨਮੀ ਦੇ ਕੋਲ ਜਿੰਨੇ ਜ਼ਿਆਦਾ ਫੋਰਨ ਐਕਸਚੇਂਜ ਰਿਜ਼ਰਵ ਹੋਣਗੇ ਉਹ ਇਕੋਨਮੀ ਫਾਈਨੈਂਸ਼ੀਅਲੀ ਤੌਰ 'ਤੇ ਉਨੀ ਜ਼ਿਆਦਾ ਸਟਰੋਂਗ ਹੁੰਦੀ ਆ। ਫੇਵਰੇਬਲ ਬੈਲੈਂਸ ਆਫ ਪੇਮੈਂਟ ਦੇ ਕਾਰਨ ਜਿਹੜਾ ਫੋਰਨ ਐਕਸਚੇਂਜ ਰਿਜ਼ਰਵ ਆ ਉਹ ਜ਼ਿਆਦਾ ਹੁੰਦੇ ਆ। ਇਸ ਟੇਬਲ 8 ਦੇ ਵਿੱਚ ਸ਼ੋ ਆ ਕਿ ਜਿਹੜੇ ਚਾਈਨਾ ਦਾ ਫੋਰਨ ਐਕਸਚੇਂਜ ਰਿਜ਼ਰਵ ਆ ਐਜ਼ ਕੰਪੇਅਰ ਟੂ ਇੰਡੀਆ ਉਹ ਬਹੁਤ ਜ਼ਿਆਦਾ ਆ। ਇਸ ਕਰਕੇ ਜਿਹੜਾ ਚਾਈਨਾ ਆ ਉਹ ਇੰਡੀਆ ਦੇ ਨਾਲੋਂ ਬਹੁਤ ਜ਼ਿਆਦਾ ਬੈਟਰ ਪੋਜੀਸ਼ਨ ਦੇ ਵਿੱਚ ਆ।